ਤੁਹਾਡੀ ਚਰਚਾ ਬੜੀ ਚੱਲ ਰਹੀ, ਕਹਿੰਦੇ ਵੀ ਦੱਦੂਵਾਲ ਸਾਹਿਬ, ਕਿਉਂਕਿ ਬੀਜੇਪੀ ਨੇ ਅਜੇ ਤੱਕ ਤਾਂ ਆਪਦੇ ਕੈਂਡੀਡੇਟ ਨਹੀਂ ਅਨਾਉਂਸ ਕੀਤੇ। ਉਹ ਕਹਿੰਦੇ ਵੀ ਕੋਈ ਕਹਿ ਰਿਹਾ ਵੀ ਸੀਐਮ ਹੋ ਸਕਦੇ, ਕੋਈ ਕਹਿੰਦੇ ਵੀ ਦੱਦੂਵਾਲ ਸਾਹਿਬ ਭਾਜਪਾ ਦੀ ਸਪੋਰਟ ਕਰ ਸਕਦੇ। ਇਹਦੇ ਬਾਰੇ मैं एक धर्म प्रचारक हाँ। धर्म की गल, कौम की, पंथ की गल, सिखां की गल, कोई मसला दुनिया भर च सिखां नूं मुश्किल पेश आवे, मैं उहदी आवाज़ बुलंद करदा। समय की सरकार चाहे कांग्रेस की होवे, बीजेपी की होवे, अकाली दल की होवे, असीं उहदे नाल गल करदे हां। ਵੀਰ ਬਾਲਦੇਵ ਸਰ ਉਹਦੀ ਜਿਹੜੀ ਵਿਰੋਧਤਾ ਹੈ ਉਸ ਨਾਮ ਦੀ, ਜਥੇਦਾਰ ਹਰਪ੍ਰੀਤ ਸਿੰਘ ਉਸ ਵਕਤ ਪਟਨਾ ਸਾਹਿਬ ਸੀਗੇ, ਧਾਮੀ ਸ਼੍ਰੋਮਣੀ ਕਮੇਟੀ ਦੇ ਮੁਖੀ, ਉਹਨਾਂ ਨੇ ਵੀ ਕਿਹਾ ਵੀ ਉਹ ਠੀਕ ਹੈ ਪ੍ਰਚਾਰ ਹੋਣਾ ਚਾਹੀਦਾ, ਪਰ ਇਹ ਨਾਮ ਹੈ ਜਿਹੜਾ ਇਹਨਾਂ ਤੇ ਵਿਚਾਰ ਕਰ ਲੈਣੀ ਚਾਹੀਦੀ। ਸਿੰਘ ਸਾਹਿਬ ਹਰਪ੍ਰੀਤ ਸਿੰਘ ਦਾ ਵੀ ਸ਼੍ਰੋਮਣੀ ਕਮੇਟੀ ਦੇ ਮੁਖੀ। ਬਾਦਲ ਪਰਿਵਾਰ ਦਾ ਅੱਜ ਬੀਜੇਪੀ ਨਾਲ ਅਲਾਇੰਸ ਹੁੰਦਾ ਜਾਂ ਮੋਦੀ ਸਾਹਿਬ ਨਾਲ, ਤੇ ਸਭ ਤੋਂ ਵੱਧ ਸੋਲੇ ਉਹਨਾਂ ਨੇ ਗਾਉਣੇ ਸੀਗੇ। ਅੱਜ ਉਹਨਾਂ ਦਾ ਅਲਾਇੰਸ ਨਹੀਂ ਆ, ਤਾਂ ਕਰਕੇ ਉਹਨਾਂ ਨੇ ਕੇਂਦਰ ਦੀ ਹਰ ਗੱਲ ਦਾ ਵਿਰੋਧ ਕਰਨਾ ਹੀ ਹੁੰਦਾ। ਹੁਣ ਤੁਹਾਨੂੰ ਕੀ ਜਾਪਦਾ ਵੀ ਡੇਰਾ ਵੋਟ ਬੈਂਕ ਪੰਜਾਬ ਦੀ ਰਾਜਨੀਤੀ ਨੂੰ 2022 ਨੂੰ ਪ੍ਰਭਾਵਿਤ ਕਰੇਗਾ ਜਾਂ ਉਹਦਾ ਕੋਈ ਹੁਣ ਪ੍ਰਭਾਵ ਨਹੀਂ ਰਿਹਾ? ਦੇਖੋ, ਇਹ ਤਾਂ ਐਵੇਂ ਭੁਲੇਖਾ ਉਜੜੀਆਂ ਖੱਡਾਂ 'ਚ ਹੱਥ ਪਾਉਂਦੇ ਆ ਲੀਡਰ ਜਿਹੜੇ ਜਾਂ ਪਾਰਟੀਆਂ। ਡੇਰੇ ਨੇ ਤਾਂ ਕਦੇ ਵੀ ਕੋਈ ਸਰਕਾਰ ਨਹੀਂ ਬਣਾਈ। ਡੇਰਾ ਸਰਸਾ ਦੀਆਂ ਕਿਹੜੀਆਂ ਵੋਟਾਂ, ਜਿਹਦੇ ਵੱਲ ਡੇਰੇ ਸਰਸੇ ਨੇ ਐਲਾਨ ਕੀਤਾ ਉਹਦਾ ਸੂਪੜਾ ਸਾਫ਼ ਹੋਇਆ। ਉਹਨਾਂ ਦਿੱਲੀ 'ਚ ਕਿਹਾ ਸਾਡੀਆਂ 20 ਲੱਖ ਵੋਟਾਂ ਨੇ, ਬੀਜੇਪੀ ਦੀ ਹਮਾਇਤ ਕੀਤੀ, ਉੱਥੇ ਕੇਜਰੀਵਾਲ ਦੀ ਸਰਕਾਰ ਆ ਗਈ। ਉਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਵੀ ਮਹਾਰਾਣੀ ਸਾਹਿਬ ਤੇ ਰਾਣਿੰਦਰ ਜਾਏ ਆ, ਤੇ ਹੁਣ ਤੇ ਬਾਬੇ ਨੇ, ਪਿਤਾ ਜੀ ਨੇ ਕਹਿ ਦਿੱਤਾ ਤੇ ਵੋਟਾਂ ਸਾਡੀ ਸਰਕਾਰ ਪੱਕੀ ਆ, ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਸੂਪੜਾ ਸਾਫ਼ ਹੋ ਗਿਆ ਤੇ ਅਕਾਲੀ ਦਲ ਰਿਪੀਟ ਕਰ ਗਿਆ ਸੀਗਾ। ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਡੇਰੇ ਜਾ ਕੇ ਫਿਰ ਵੋਟਾਂ ਮੰਗੀਆਂ ਤੇ ਅਕਾਲੀ ਦਲ ਸਾਫ਼ ਹੋ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਬਣ ਗਈ। 2022 ਦੀਆਂ ਚੋਣਾਂ ਬਿਲਕੁਲ ਸਿਰ ਤੇ ਆ। ਪੰਜਾਬ ਦੇ ਵਿੱਚ ਬਹੁਤ ਅਹਿਮ ਮੁੱਦਾ ਰਿਹਾ 2017 ਦੀਆਂ ਚੋਣਾਂ ਸਮੇਂ ਬੇਅਦਬੀ ਮਾਮਲਾ ਤੇ ਬਾਈਬਲ ਕਲਾਂ ਗੋਲੀकांड। ਅਸੀਂ ਉਸੇ ਜਗ੍ਹਾ ਤੇ ਖਲੋਤੇ ਹਾਂ ਜਿੱਥੇ 2015 ਦੇ ਵਿੱਚ ਅਕਾਲੀ ਭਾਜਪਾ ਰਾਜ ਸਮੇਂ ਗੋਲੀ ਚੱਲੀ ਸੀ, 2 ਸਿੱਖਾਂ ਦੀ ਸ਼ਹੀਦੀ ਹੋਈ ਸੀ। ਸ਼ਹੀਦਾਂ ਦੇ ਪਰਿਵਾਰ ਵੱਲੋਂ ਇਨਸਾਫ ਮੋਰਚਾ ਲੱਗਿਆ ਹੋਇਆ। ਅੱਜ ਇੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਪਹੁੰਚੇ ਆ, ਜਿੱਥੇ ਸਮੇਤ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਦਾਦੂਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ ਜੀ ਤੁਹਾਡਾ ਵੀ ਤੇ ਕੇ ਚੈਨਲ ਦਾ ਸਮੁੱਚੀ ਟੀਮ ਦਾ, ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਦੂਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ 2017 ਤੋਂ ਲੈ ਕੇ 22 ਤੱਕ ਦੀ ਜਿਹੜੀ ਸਰਕਾਰ ਹੈ, ਭਾਵ ਜਿਹੜੀ ਮੌਜੂਦਾ ਸਰਕਾਰ ਸੀ, ਉਹਨੂੰ ਇਸ ਮੁੱਦੇ ਨੇ ਹੋਂਦ ਦੇ ਵਿੱਚ ਲਿਆਂਦਾ ਸੀ। ਅਕਾਲੀ ਭਾਜਪਾ ਉਸ ਵਕਤ ਬੜੇ ਵਿਵਾਦਾਂ 'ਚ ਫਸੀ ਹੋਈ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਸਹੁੰ ਖਾਣੀ ਸੀ ਉਹ ਸਿੱਧੀ ਪੈ ਗਈ। ਸਹੁੰ ਖਾਧੀ ਗੁਟਕਾ ਸਾਹਿਬ ਦੀ, ਮੈਂ ਮਸਲੇ ਹੱਲ ਕਰ ਦੂੰ, ਲੋਕਾਂ ਨੇ ਯਕੀਨ ਕਰ ਲਿਆ। ਅੱਜ 2022 ਦੇ ਵਿੱਚ ਫਿਰ ਸ਼ਹੀਦ ਪਰਿਵਾਰ ਇਨਸਾਫ ਵਾਸਤੇ ਬੈਠਾ ਹੋਇਆ। ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਸਰਕਾਰਾਂ ਬਹੁਤ ਸਾਰੀਆਂ ਪਾਰਟੀਆਂ ਮੁੜ ਮੈਦਾਨ ਦੇ ਵਿੱਚ ਨੇ, ਅਕਾਲੀ ਦਲ ਹੈ, ਭਾਜਪਾ ਹੈ, ਕਿਸਾਨ ਹੈ, ਕਾਂਗਰਸ ਹੈ, ਚੰਨੀ ਹੈ, ਕੈਪਟਨ ਵੱਖਰੇ, ਕਾਫੀ ਕੁਛ ਹੈ। ਤਾਂ ਇਹਦਾ ਪੰਜਾਬ ਦੇ ਇਲੈਕਸ਼ਨਾਂ ਦੇ ਉੱਤੇ ਇਸ ਮੋਰਚੇ ਦਾ ਕੀ ਪ੍ਰਭਾਵ ਪਵੇਗਾ? ਤੁਸੀਂ ਇਹ ਬੜਾ ਵੱਡਾ ਜੱਥਾ ਲੈ ਕੇ ਪਹੁੰਚੇ। ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂਗਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਸਮ ਖਾ ਕੇ ਆਪਣੀ ਸਰਕਾਰ ਲਿਆਇਆ ਸੀ ਬੇਅਦਬੀ ਦੇ ਮੁੱਦੇ ਤੇ, ਉਸੇ ਬੇਅਦਬੀ ਦੇ ਮੁੱਦੇ ਤੇ ਉਹਦੀ ਸਰਕਾਰ ਜਾਂਦੀ ਲੱਗੀ। ਉਹਦੇ ਨਾਲ ਦੇ ਵੀ ਦੇਖੋ, ਇਹੋ ਜੀ ਜਲਾਲਤ ਦੇ ਨਾਲ ਮੈਂ ਆਪਣੀ ਜ਼ਿੰਦਗੀ 'ਚ ਕੋਈ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਰਦਾ ਨਹੀਂ ਦੇਖਿਆ। ਔਰ ਕੈਪਟਨ ਅਮਰਿੰਦਰ ਸਿੰਘ ਇਹੋ ਜਿਹਾ ਮੁੱਖ ਮੰਤਰੀ ਕੁਰਸੀ ਤੋਂ ਉਤਰਿਆ ਕਿ ਜਿਹੜਾ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ, 5 ਸਾਲ ਪਹਿਲਾਂ 4.5 ਸਾਲ ਹੋਣ, ਤੇ ਉਹਦੇ ਨਾਲ ਕੋਈ ਪਿੰਡ ਦਾ ਸਰਪੰਚ ਵੀ ਅਸਤੀਫਾ ਨਾ ਦੇ, ਕੋਈ ਐਮਸੀ ਵੀ ਅਸਤੀਫਾ ਨਾ ਦੇ, ਐਮਐਲਏ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਆ। ਤੇ ਜਿਹੜਾ 117 ਸੀਟਾਂ ਵੰਡਦਾ ਸੀ, ਅੱਜ ਉਹਨੂੰ ਕੁਝ ਸੀਟਾਂ ਭਾਜਪਾ ਦੀ ਸ਼ਰਨ 'ਚ ਜਾ ਕੇ ਮੰਗਣੀਆਂ ਪੈ ਰਹੀਆਂ ਨੇ। ਇਹ ਸਾਰਾ ਉਹਦਾ ਹਸ਼ਰ ਇਸ ਬੇਅਦਬੀ ਦਾ ਇਨਸਾਫ ਨਾ ਕਰਨ ਕਰਕੇ ਹੋਇਆ, ਜਿਵੇਂ ਬਾਦਲਾਂ ਦਾ ਹੋਇਆ ਸੀ। ਬਾਦਲ 25 ਸਾਲ ਦਾ ਰਾਜ ਕਰਨ ਦਾ ਦਾਅਵਾ ਕਰਦੇ ਸੀਗੇ ਤੇ ਮੁੜ ਕੇ 25 ਸੀਟਾਂ ਵੀ ਨਹੀਂ ਆਈਆਂ, ਵਿਰੋਧੀ ਧਿਰ 'ਚ ਵੀ ਨਹੀਂ ਬਹਿ ਸਕੇ। ਤੇ ਅੱਜ ਵੀ ਉਹਨਾਂ ਦੇ ਹਾਲਾਤ ਆ ਕਿ ਉਹਨਾਂ ਦੀ ਸਿਆਸੀ ਜ਼ਮੀਨ ਪੈਰਾਂ ਥੱਲੋਂ ਖਿਸਕੀ ਹੋਈ ਆ ਤੇ ਕੰਧਾਂ 'ਚ ਵੱਜਦੇ ਫਿਰਦੇ ਆ। ਅੱਜ ਵੀ ਉਹਨਾਂ ਦੇ ਹਾਲਾਤ, ਜਿਹੜੇ ਬੰਦੇ ਨੇ ਇਸ ਬੇਅਦਬੀ ਤੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਬੁਰਾ ਹਸ਼ਰ ਹੋਇਆ, ਚਾਹੇ ਕੋਈ ਵੀ, ਚਾਹੇ ਅਕਾਲੀ ਸੀ ਤੇ ਚਾਹੇ ਕਾਂਗਰਸੀ ਸੀਗਾ। ਅਸੀਂ ਇਨਸਾਫ ਦੀ ਆਸ ਰੱਖਦੇ। ਪਹਿਲਾਂ ਵੀ 6.5 ਮਹੀਨੇ ਮੋਰਚਾ ਚੱਲਿਆ। ਸਾਡੇ ਮੋਰਚਾ ਡਿਕਟੇਟਰ ਨੇ ਕੈਪਟਨ ਅਮਰਿੰਦਰ ਸਿੰਘ ਦੇ, ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਦੀ ਸਪੀਚ ਵੀ ਸੁਣੀ ਹੋਊ, ਤੇ ਸਾਨੂੰ ਤਾਂ ਖੁਦ ਹੀ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਆਇਆ ਕਿ ਮੋਰਚਾ ਚੱਕ ਦਿਓ, ਮੈਂ ਤੁਹਾਡੀਆਂ ਮੰਗਾਂ ਮੰਨਾਂਗਾ। ਤੇ ਮੰਗਾਂ ਉਹਨੇ ਮੰਨੀਆਂ, ਜਿਹਦੇ ਵਾਅਦੇ ਵਿੱਚ ਆ ਕੇ ਸਾਡੇ ਮੋਰਚਾ ਡਿਕਟੇਟਰ ਨੇ ਮੋਰਚਾ ਚੱਕ ਦਿੱਤਾ। ਨਾ ਸਾਥੀਆਂ ਨੂੰ, ਨਾ ਜਥੇਬੰਦੀਆਂ, ਨਾ ਸੰਗਤਾਂ ਨੂੰ ਭਰੋਸੇ 'ਚ ਲਿਆ, ਜਿਹਦੀ ਕਿ ਬਾਅਦ ਵਿੱਚ ਉਹਨਾਂ ਨੂੰ ਪੰਥ ਕੋਲੋਂ ਅਕਾਲ ਤਖ਼ਤ 'ਤੇ ਜਾ ਕੇ ਮੁਆਫੀ ਵੀ ਮੰਗਣੀ ਪਈ, ਅਕਾਲ ਤਖ਼ਤ 'ਤੇ ਜਾ ਕੇ। ਤੇ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਅੱਜ ਉਹ ਵੀ ਉਸੇ ਲੜੀ 'ਚ ਖੜਾ ਕਰ ਲਈਏ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ, ਜਿਹੜੀ ਲੜੀ 'ਚ ਬਾਦਲ ਸੀ, ਨਾ ਉਹਨੇ ਇਨਸਾਫ ਦਿੱਤਾ, ਨਾ ਇਹਨਾਂ ਨੇ ਦਿੱਤਾ।
ਸਾਡਾ ਮੋਰਚਾ ਡਿਕਟੇਟਰ ਉਹਨਾਂ ਦੇ ਝੂਠੇ ਵਾਅਦਿਆਂ 'ਚ ਆਇਆ ਤੇ ਅੱਜ ਇਹ ਹਾਸਰ ਹੋਇਆ ਤੁਹਾਡੇ ਸਾਹਮਣੇ ਆ। ਮੈਂ ਕਹਿਣਾ ਚਾਹੁੰਦਾ ਅਸੀਂ ਫਿਰ ਇਨਸਾਫ ਦੀ ਆਸ ਰੱਖਦੇ ਹਾਂ। ਸ਼ਹੀਦਾਂ ਦੇ ਪਰਿਵਾਰ ਬੈਠੇ ਆ, ਸਾਡਾ ਸਮਰਥਨ ਆ ਉਹਨਾਂ ਨੂੰ। ਮੈਂ ਪਹਿਲਾਂ ਵੀ ਆ ਕੇ ਗਿਆ ਜਦੋਂ ਦਾ ਇਹ ਮੋਰਚਾ, ਅੱਜ 35ਵਾਂ ਦਿਨ ਅੱਜ ਉਹਨਾਂ ਨੇ ਸੰਗਤਾਂ ਨੂੰ ਸੱਦਿਆ ਸੀ, ਹੋਰ ਜਥੇਬੰਦੀਆਂ ਵੀ ਆਈਆਂ ਸੀ, ਅੱਜ ਸੈਂਕੜੇ ਸੰਗਤਾਂ ਇੱਥੇ ਆਈਆਂ ਨੇ ਤੇ ਹੌਲੀ ਹੌਲੀ ਕਾਫਲੇ ਵੱਧ ਜਾਂਦੇ ਆ। ਪਹਿਲਾਂ ਬਰਗਾੜੀ ਵੀ ਤਾਂ ਸਾਰਾ 150 ਬੰਦਾ ਹੀ ਹੁੰਦਾ ਸੀਗਾ ਤੇ ਹੌਲੀ ਹੌਲੀ ਲੱਖਾਂ ਦੇ ਵਿੱਚ ਗਿਣਤੀ ਗਈ। ਤਾਂ ਮੈਂ ਸਮਝਦਾ ਕਿ ਇੱਥੇ ਕੌਮ ਜਿਹੜੀ ਆ ਉਹ ਸਮਰਥਨ ਦੇਵੇ, ਇਨਸਾਫ ਦੀ ਲੜਾਈ ਜਿਹੜੀ ਆ ਲੜ ਰਹੀ। ਜਿਹਦੀ ਵੀ ਪੰਜਾਬ 'ਚ ਸਰਕਾਰ ਬਣੇ ਅਸੀਂ ਉਹਨਾਂ ਨੂੰ ਇਨਸਾਫ ਕਰਨ ਲਈ ਮਜਬੂਰ ਕਰ ਸਕੀਏ। ਤਾਂ ਅੱਜ ਇੱਥੇ ਇੱਕ ਜਿਹੜਾ ਫੈਸਲਾ ਕੀਤਾ ਗਿਆ ਹੈ ਸੰਗਤ ਵੱਲੋਂ, ਭਾਈ ਸੁਖਰਾਜ ਸਿੰਘ ਸੀ, ਸ਼ਹੀਦਾਂ ਦਾ ਪਰਿਵਾਰ ਸੀ, ਤੁਸੀਂ ਸੀ, ਉਹ ਕਹਿੰਦੇ ਵੀ ਇਲੈਕਸ਼ਨ ਪ੍ਰਚਾਰ ਦੇ ਵਾਸਤੇ ਜਿਹੜਾ ਵੀ ਕੋਈ ਕੈਂਡੀਡੇਟ ਆਵੇ ਉਹਨੂੰ ਸਵਾਲ ਕੀਤੇ ਜਾਣ। ਕਿਹੜੇ ਸਵਾਲ ਜਿਹੜੇ ਹੈਗੇ ਉਹ ਰੱਖੇ ਗਏ ਆ ਔਰ ਕਿਸ ਤਰੀਕੇ ਨਾਲ ਸਵਾਲ ਕੀ ਉਹਨਾਂ ਨੂੰ ਲਿਖਤੀ ਦਿੱਤੇ ਜਾਏਗਾ ਜਾਂ ਉਹਨਾਂ ਨੂੰ ਸੱਥ 'ਚ ਜਿੱਥੇ ਵੀ ਉਹ ਵੋਟ ਵਾਸਤੇ ਆਉਂਦੇ ਹੈਗੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਔਰ ਇਹ ਸਿੱਖ ਸੰਗਤ ਵੱਲੋਂ ਕੀਤੇ ਜਾਣਗੇ। ਕੀ ਅਪੀਲ ਹੈਗੀ ਹੈ ਇਹ ਸਰੋਤ? ਦੇਖੋ, ਇਹ ਭਾਈ ਸੁਖਰਾਜ ਸਿੰਘ ਨੇ ਤੇ ਭਾਈ ਸਾਧੂ ਸਿੰਘ ਦੋਨਾਂ ਸ਼ਹੀਦਾਂ ਦੇ ਪਰਿਵਾਰ ਬੈਠੇ, ਉਹਨਾਂ ਨੇ ਫੈਸਲਾ ਜਿਹੜਾ ਵਾ ਉਹ ਉਹਨਾਂ ਨੇ ਸੰਗਤ ਨੂੰ ਸੁਣਾਇਆ ਵੀ ਇਹ ਕੀਤਾ ਜਾਵੇ, ਸੰਗਤਾਂ ਨੂੰ ਬੇਨਤੀ ਕੀਤੀ ਆ। ਤਾਂ ਮੈਂ ਵੀ ਸਮਝਦਾ ਕਿ ਸੰਗਤਾਂ ਨੂੰ ਜਿੰਨੀਆਂ ਵੀ ਪਾਰਟੀਆਂ ਆਉਂਦੀਆਂ ਨੇ ਉਹਨਾਂ ਨਾਲ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੂੰ ਪੁੱਛੇ ਵੀ ਜਾਣ ਵੀ ਤੁਸੀਂ ਕਿਉਂ ਨਹੀਂ ਕੀਤਾ ਇਨਸਾਫ, ਤੇ ਜਿਨ੍ਹਾਂ ਨੇ ਅਜੇ ਰਾਜ ਸੱਤਾ 'ਚ ਨਹੀਂ ਆਈਆਂ, ਸੱਤਾ 'ਚ ਆਉਣਾ ਚਾਹੁੰਦੀਆਂ, ਉਹਨਾਂ ਤੋਂ ਇਹ ਵਾਅਦਾ ਲਿਆ ਜਾਵੇ ਵੀ ਤੁਸੀਂ ਕੀ ਇਨਸਾਫ ਕਰੋਗੇ। ਬਰਗਾੜੀ ਦਾ, ਬਾਈਬਲ ਦਾ ਤੁਸੀਂ ਇਨਸਾਫ ਕੀ ਕਰੋਗੇ, ਪੰਥ ਪੰਜਾਬ ਦਾ ਭਲਾ ਤੁਸੀਂ ਕੀ ਕਰੋਗੇ। ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਲਿਖਤੀ ਤੌਰ ਤੇ ਉਹਨਾਂ ਤੋਂ ਲੈਣਾ ਚਾਹੀਦਾ ਔਰ ਖਾਸ ਕਰ ਇੱਥੋਂ ਤੱਕ ਉਹਨਾਂ ਦੇ ਸਗੋਂ ਐਫੀਡੇਵਿਟ ਲੈਣੇ ਚਾਹੀਦੇ ਆ। ਜਿਹੜਾ ਵੀ ਕੋਈ ਕੈਂਡੀਡੇਟ ਆਉਂਦਾ ਵਾ ਸੰਗਤਾਂ ਦੇ ਵਿੱਚ ਉਹਦੇ ਤੋਂ ਐਫੀਡੇਵਿਟ ਲਿਆ ਜਾਵੇ ਕਿ ਉਹ ਬੇਅਦਬੀ ਦੇ ਇਨਸਾਫ ਲਈ ਕੀ ਕਰੂਗਾ, ਉਹ ਬਾਈਬਲ ਲਈ ਇਨਸਾਫ ਲਈ ਕੀ ਕਰੂਗਾ, ਪੰਜਾਬ ਲਈ ਕੀ ਕਰੂਗਾ। ਲਿਖਤੀ ਐਫੀਡੇਵਿਟ ਜਿਹੜੇ ਉਹਨਾਂ ਤੋਂ ਲਏ ਜਾਣ। ਇਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਚਾਹੀਦਾ ਕਿ ਉਹ ਕੁਝ ਸਵਾਲ ਬਣਾ ਲਏ ਜਾਣ ਤੇ ਉਹ ਉਹਨਾਂ ਨੂੰ ਦਿੱਤੇ ਜਾਣ ਸੰਗਤਾਂ ਨੂੰ, ਤੇ ਜਿੱਥੇ ਵੀ ਕੋਈ ਵੋਟਾਂ ਮੰਗਣ ਆਉਂਦਾ ਕੈਂਡੀਡੇਟ ਉਹਦੇ ਅੱਗੇ ਰੱਖੇ ਜਾਣ। ਵੋਟਾਂ ਸਿਰ ਤੇ ਹੈ ਤਾਂ ਵੋਟਾਂ ਦੇ ਵਿੱਚ ਜਿਹੜਾ ਇਹ ਅੱਜ ਸਿੱਖ ਸੰਗਤ ਨੇ ਇੱਥੇ ਫੈਸਲਾ ਕੀਤਾ, ਸ਼ਹੀਦਾਂ ਦੇ ਪਰਿਵਾਰ ਨੇ ਵੀ ਸਵਾਲ ਕੀਤੇ ਜਾਣ। ਸਵਾਲ ਕਰਨ ਦਾ ਜਿਹੜਾ ਹੈਗਾ ਅਧਿਕਾਰ ਹੈਗਾ, ਖਾਸ ਕਰਕੇ ਪਿਛਲੇ ਲਗਭਗ ਇੱਕ ਦਹਾਕੇ ਤੋਂ ਜਿਹੜਾ ਇਹ ਸਵਾਲ ਕਰਨ ਦੀ ਜਿਹੜੀ ਪਰੰਪਰਾ ਹੈਗੀ ਹੈ ਅੱਗੇ ਚੱਲ ਰਹੀ ਹੈ। ਪਹਿਲਾਂ ਵਿਰੋਧਤਾ ਪਹਿਲਾਂ ਵੀ ਹੁੰਦੀ ਸੀ, ਪਹਿਲਾਂ ਕਈ ਥਾਵਾਂ ਤੇ ਜਿਹੜਾ ਉਮੀਦਵਾਰਾਂ ਨੂੰ ਭਜਾਇਆ ਵੀ ਜਾਂਦਾ ਸੀ, ਮੂੰਹ ਕਾਲੇ ਤੱਕ ਵੀ ਕੀਤੇ ਜਾਂਦੇ ਰਹੇ ਆ ਕਈ ਇਲਾਕਿਆਂ ਦੇ ਵਿੱਚ। ਕੁਝ ਜਿਹੜਾ ਦਲ ਬਦਲੂ ਲੋਕ ਹੋਣ ਜਾਂ ਉਸ ਖਿੱਤੇ ਦੇ ਜਿਹੜੇ ਖਿਲਾਫ ਭੁਗਤਣ ਵਾਲੇ ਲੋਕ ਹੋਣ। ਤਾਂ ਦਾਦੂਵਾਲ ਸਾਹਿਬ ਚੋਣਾਂ ਸਿਰ ਤੇ ਹੈਗਾ, ਕੁਝ ਦਿਨਾਂ ਨੂੰ ਚੋਣਾਂ ਆ ਜਾਣੀਆਂ ਔਰ ਤੁਹਾਡੀ ਚਰਚਾ ਬੜੀ ਚੱਲ ਰਹੀ, ਕਹਿੰਦੇ ਵੀ ਦਾਦੂਵਾਲ ਸਾਹਿਬ, ਕਿਉਂਕਿ ਬੀਜੇਪੀ ਨੇ ਅਜੇ ਤੱਕ ਤਾਂ ਆਪਦੇ ਕੈਂਡੀਡੇਟ ਨਹੀਂ ਅਨਾਉਂਸ ਕੀਤੇ, ਉਹ ਕਹਿੰਦੇ ਵੀ ਕੋਈ ਕਹਿ ਰਿਹਾ ਵੀ ਸੀਐਮ ਹੋ ਸਕਦੇ, ਕਿਉਂਕਿ ਪਿਛਲੇ ਦਿਨੀ ਤੁਹਾਡੇ ਕੁਝ ਬਿਆਨ ਜਿਹੜੇ ਭਾਜਪਾ ਦੀਆਂ ਗਤੀਵਿਧੀਆਂ ਸਿੱਖ ਸਮਾਜ ਨੂੰ ਲੈ ਕੇ, ਹੁਣ ਸਿੱਖ ਕੌਮ ਨੂੰ ਲੈ ਕੇ ਕੁਝ ਫੈਸਲੇ ਲਏ ਆ, ਹੱਕ ਚ ਆਏ ਨੇ, ਕਹਿੰਦੇ ਵੀ ਦਾਦੂਵਾਲ ਸਾਹਿਬ ਭਾਜਪਾ ਦੀ ਸਪੋਰਟ ਕਰ ਸਕਦੇ। ਇਹਦੇ ਬਾਰੇ ਕੀ ਹੈ? ਦੇਖੋ, ਮੈਂ ਹਮੇਸ਼ਾ ਚੰਗੀ ਗੱਲ ਦਾ ਜਿਹੜਾ ਹੈਗਾ ਉਹ ਸਵਾਗਤ ਕਰਦਾ ਹੁੰਨਾ। ਕੋਈ ਵੀ ਹੋਵੇ, ਕੋਈ ਪਾਰਟੀ ਹੋਵੇ, ਕੋਈ ਆਗੂ ਹੋਵੇ। ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਨੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਜਾ ਕੇ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ। ਹਲਕਾ ਇੰਚਾਰਜਾਂ ਨੂੰ, ਐਸਜੀਪੀਸੀ ਮੈਂਬਰਾਂ ਨੂੰ ਪੰਜਾਬ ਦੇ ਵਿੱਚੋਂ ਸੰਗਤਾਂ ਨੂੰ ਲੈ ਕੇ ਜਾਣਾ। ਗੁਰੂ ਰਾਮਦਾਸ ਦੇ ਲੰਗਰ 'ਚ ਅੱਧੀ ਕੱਚੀ ਰੋਟੀ ਜਿਹੜੀ ਅੱਧੀ ਕੱਚੀ ਪੱਕੀ ਦਾਲ ਦਿੰਦੇ ਹੁੰਦੇ ਸੀ। ਬੜਾ ਬੁਰਾ ਹਾਲ ਸੀਗਾ। ਗੁਰੂ ਦੇ ਲੰਗਰ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਪਰ ਹਸਰ ਇਦਾਂ ਦਾ ਸੀ। ਬੀਬੀ ਸੁਰਿੰਦਰ ਕੌਰ ਬਾਦਲ ਨੇ ਲਿਜਾ ਕੇ ਮੈਂਬਰਾਂ ਨੂੰ ਉਹ ਸੇਵਾ ਨੂੰ ਨਿਭਾਇਆ। ਅੱਜ ਗੁਰੂ ਰਾਮਦਾਸ ਦੇ ਲੰਗਰ 'ਚ ਤੁਸੀਂ ਜਾਓ ਤੇ ਅੱਜ ਕਿੰਨਾ ਸੁਧਾਰ ਹੋਇਆ, ਮੈਂ ਇਹਦੀ ਸ਼ਲਾਘਾ ਕੀਤੀ ਸੀ। ਮਾਲਵੇ ਦੇ ਵਿੱਚ ਕੀਰਤਨ ਦਰਬਾਰ ਸ਼ੁਰੂ ਕੀਤੇ ਸੀ, ਚੰਗੇ ਪੰਥ ਦੇ ਕਥਾਵਾਚਕ ਕੀਰਤਨੀਏ ਮਾਲਵੇ 'ਚ ਵੱਖ-ਵੱਖ ਥਾਵਾਂ 'ਤੇ, ਭਾਵੇਂ ਉਹਨਾਂ ਦਾ ਸਿਆਸੀ ਏਜੰਡਾ ਹੀ ਸੀ, ਪਰ ਚੰਗੀ ਗੱਲ ਦੀ ਮੈਂ ਸ਼ਲਾਘਾ ਕੀਤੀ। ਦੇਖੋ, ਮੈਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਸੀ ਬਾਦਲ ਪਰਿਵਾਰ, ਮੁਕੱਦਮੇ ਦਰਜ ਕਰਦੇ, ਪਰ ਮੈਂ ਫਿਰ ਵੀ ਬੀਬੀ ਸੁਰਿੰਦਰ ਕੌਰ ਬਾਦਲ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹਨੇ ਗੁਰੂ ਕੇ ਲੰਗਰ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨੇ ਜਿਹੜਾ ਸੀਗਾ ਕੀਰਤਨ ਦਰਬਾਰ ਸ਼ੁਰੂ ਕੀਤੇ ਮਾਲਵੇ ਦੇ ਵਿੱਚ, ਐਸਜੀਪੀਸੀ ਤੋਂ ਕਰਾਏ, ਚੰਗੇ ਰਾਗੀ, ਚੰਗੇ ਕਥਾਵਾਚ ਬੁਲਾ ਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ। 7 ਦਹਾਕਿਆਂ ਤੋਂ ਸਾਡੀਆਂ ਅਰਦਾਸਾਂ ਚੱਲ ਰਹੀਆਂ ਸੀ, ਅਸੀਂ ਸ਼ਲਾਘਾ ਕੀਤੀ ਔਰ ਉਹਨਾਂ ਨੇ ਜਿਹੜਾ ਸੀਗਾ ਬਲੈਕ ਲਿਸਟ ਖਤਮ ਕਰਨ ਦੀ ਗੱਲ ਕੀਤੀ, ਅਸੀਂ ਸ਼ਲਾਘਾ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਵਾਲੇ ਦਿਨ 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ। ਸਿੱਖਾਂ ਨਾਲ ਨੇੜਤਾ ਵਧਾਉਣ, ਭਾਵੇਂ ਕੋਈ ਸਿਆਸੀ ਏਜੰਡਾ ਹੋਵੇ, ਹਰ ਪਾਰਟੀ ਦਾ ਹੁੰਦਾ, ਹਰ ਆਗੂ ਦਾ ਹੁੰਦਾ, ਪਰ ਅਸੀਂ ਸ਼ਲਾਘਾ ਚੰਗੇ ਕੰਮ ਦੀ ਕਰਦੇ ਹਾਂ। ਅਸੀਂ ਸ਼ਲਾਘਾ ਕੀਤੀ ਕਿ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਵਾਲੇ ਦਿਨ, ਉਹ 4 ਦਿਨ ਪਹਿਲਾਂ ਵੀ ਐਲਾਨ ਕਰ ਸਕਦਾ ਸੀ, 4 ਦਿਨ ਬਾਅਦ ਵੀ ਕਰ ਸਕਦਾ ਸੀ। ਵੀਰ ਬਾਲ ਦਿਵਸ ਦਾ ਉਹਨਾਂ ਨੇ ਐਲਾਨ ਕੀਤਾ। ਸਾਡੀ ਕੌਮ ਦੀ ਮੰਗ ਸੀ ਕਿ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਬਾਲ ਦਿਵਸ ਹੋਣਾ ਚਾਹੀਦਾ, ਉਹ ਚਾਚਾ ਨਹਿਰੂ ਦੇ ਨਾਂ ਤੇ ਕਰਦੇ ਆ, ਪਰ ਉਹਨਾਂ ਨੇ ਦੇਖੋ ਵੀਰ ਬਾਲ ਦਿਵਸ, ਬਹਾਦਰ ਬੱਚਿਆਂ ਦਾ ਦਿਨ, ਜਿਨ੍ਹਾਂ ਨੂੰ ਅਸੀਂ ਸਾਹਿਬਜ਼ਾਦੇ ਬਾਬੇ ਕਹਿੰਦੇ ਆ, ਸਾਡੇ ਬਾਬੇ ਨੇ ਉਹ, ਕਿਉਂਕਿ ਉਮਰਾਂ ਉਹਨਾਂ ਦੀਆਂ ਛੋਟੀਆਂ, ਕੰਮ ਉਹਨਾਂ ਵੱਡੇ ਕੀਤੇ, ਪਰ ਉਮਰ ਜੇ ਵੇਖੀਏ ਤਾਂ 7 ਸਾਲ 9 ਸਾਲ ਬੱਚੇ ਹੀ ਸੀ ਉਮਰ ਪੱਖੋਂ, ਪਰ ਉਹਨਾਂ ਦੀ ਕੁਰਬਾਨੀ ਵੱਡੀ। ਬਹਾਦਰ ਬੱਚੇ, ਆਮ ਬੱਚੇ ਤਾਂ ਸਾਰੇ ਹੁੰਦੇ,
ਪਰ ਉਹ ਵੀਰ ਬਾਲ ਦਿਵਸ ਉਹਨਾਂ ਨੇ ਜਿਹੜਾ ਐਲਾਨ ਕੀਤਾ ਗੁਰਪੁਰਬ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਦਿਨ, ਅਸੀਂ ਉਹਦੀ ਸ਼ਲਾਘਾ, ਚੰਗੇ ਕੰਮ ਦੀ ਮੈਂ ਸ਼ਲਾਘਾ ਕਰਦਾ, ਚਾਹੇ ਕਾਂਗਰਸ ਪਾਰਟੀ 'ਚੋਂ ਕੋਈ ਕਰੇ, ਅਕਾਲੀ ਦਲ 'ਚੋਂ ਕਰੇ, ਚਾਹੇ ਬੀਜੇਪੀ 'ਚੋਂ ਕਰੇ। ਇਹ ਜਿਹੜੀ ਆ ਦੰਦ ਕਥਾ ਚੱਲਦੀ, ਮੇਰੀ ਕੋਈ ਇਸ ਤਰ੍ਹਾਂ ਦੀ ਇੱਛਾ ਨਹੀਂ, ਨਾ ਮੈਂ ਕੋਈ CM ਦਾ ਚਿਹਰਾ ਬੀਜੇਪੀ ਦਾ ਪੰਜਾਬ ਦੇ ਵਿੱਚ, ਨਾ ਮੈਂ ਅੱਜ ਤੱਕ ਕਦੇ ਕੋਈ ਪਾਰਟੀ ਜੁਆਇਨ ਕੀਤੀ ਹੈ। ਮੈਂ ਇੱਕ ਧਰਮ ਪ੍ਰਚਾਰਕ ਹਾਂ। ਧਰਮ ਦੀ ਗੱਲ, ਕੌਮ ਦੀ, ਪੰਥ ਦੀ ਗੱਲ, ਸਿੱਖਾਂ ਦੀ ਗੱਲ, ਕੋਈ ਮਸਲਾ ਦੁਨੀਆ ਭਰ 'ਚ ਸਿੱਖਾਂ ਨੂੰ ਮੁਸ਼ਕਲ ਪੇਸ਼ ਆਵੇ, ਮੈਂ ਉਹਦੀ ਆਵਾਜ਼ ਬੁਲੰਦ ਕਰਦਾ। ਸਮੇਂ ਦੀ ਸਰਕਾਰ ਚਾਹੇ ਕਾਂਗਰਸ ਦੀ ਹੋਵੇ, ਬੀਜੇਪੀ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਅਸੀਂ ਉਹਦੇ ਨਾਲ ਗੱਲ ਕਰਦੇ ਹਾਂ। ਅਸੀਂ ਜਦੋਂ ਭਾਈ ਗੁਰਬਖਸ਼ ਸਿੰਘ ਨੇ ਮੋਰਚਾ ਲਾਇਆ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹਦੇ ਨਾਲ ਵੀ ਜਾ ਕੇ ਮੀਟਿੰਗਾਂ ਕਰਦੇ ਰਹੇ ਪੰਥਕ ਵਫਦ ਦੇ ਰੂਪ ਦੇ ਵਿੱਚ। ਜੇ ਕਾਂਗਰਸ ਦੀ ਆ, ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕੀਤੀ ਸੀ 6 ਜੂਨ ਨੂੰ। ਹੁਣ ਚੰਨੀ ਸਰਕਾਰ ਆਈ, ਚੰਨੀ ਨਾਲ ਵੀ ਅਸੀਂ ਕੀਤੀ ਆ। ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਦੀ ਸਰਕਾਰ ਆ, ਅਸੀਂ ਉਹਨਾਂ ਨਾਲ ਗੱਲ ਕੀਤੀ ਆ। ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਅਸੀਂ ਉਹਨਾਂ ਨੂੰ ਵੀ ਲੈਟਰ ਲਿਖਿਆ ਵਾ। ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਸੋ ਕਹਿਣ ਤੋਂ ਭਾਵ ਚੰਗੀ ਗੱਲ ਦੀ ਅਸੀਂ ਸ਼ਲਾਘਾ ਕਰਦੇ ਹਾਂ, ਬੁਰੀ ਗੱਲ ਦਾ ਵਿਰੋਧ ਕਰਦੇ ਹਾਂ, ਕੋਈ ਪਾਰਟੀ ਕਰੇ। ਪਰ ਇਹ ਜਿਹੜੀਆਂ ਐਵੇਂ ਅਫਵਾਹਾਂ ਨੇ ਕਿ ਦਾਦੂਵਾਲ CM ਦਾ ਚਿਹਰਾ ਬੀਜੇਪੀ ਦਾ ਪੰਜਾਬ ਆ ਰਿਹਾ, ਨਾ ਤਾਂ ਮੈਂ ਕੋਈ ਇਲੈਕਸ਼ਨ ਲੜਨੀ ਆ, ਕੋਈ ਮੈਂ ਕੋਈ ਅਜੇ ਮੇਰਾ ਕੋਈ ਇਸ ਤਰ੍ਹਾਂ ਦਾ ਕੋਈ ਮਨ ਨਹੀਂ ਹੈ ਕਿ ਮੈਂ ਕੋਈ MLA ਦੀ ਇਲੈਕਸ਼ਨ ਲੜਾਂ, MP ਦੀ ਇਲੈਕਸ਼ਨ ਲੜਾਂ। ਮੈਂ ਜਿਹੜੀਆਂ ਸੇਵਾਵਾਂ ਨਿਭਾ ਰਿਹਾ, ਮੈਂ ਇਹਦੇ 'ਤੇ ਬਹੁਤ ਨਿਸ਼ਚਿੰਤ ਹਾਂ ਔਰ ਬਹੁਤ ਖੁਸ਼ ਹਾਂ। ਜਿਹੜੀਆਂ ਸੇਵਾਵਾਂ ਮੈਨੂੰ ਕੌਮ ਨੇ, ਪੰਥ ਨੇ ਦਿੱਤੀਆਂ ਨੇ, ਮਾਣ ਬਖਸ਼ਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਤੇ ਪੂਰੇ ਸੰਸਾਰ 'ਚ ਧਰਮ ਪ੍ਰਚਾਰ ਦੀ ਸੇਵਾ, ਮੈਂ ਇਹਦੇ ਤੋਂ ਅਤਿਅੰਤ ਖੁਸ਼ ਹਾਂ। ਮੇਰੀ ਹੋਰ ਕਿਸੇ ਤਰ੍ਹਾਂ ਦੀ ਖੁਆਇਸ਼ ਹੀ ਨਹੀਂ ਹੈਗੀ ਕੋਈ। ਦਾਦੂਵਾਲ ਸਾਹਿਬ, ਇੱਕ ਪਿਛਲੇ ਦਿਨੀ ਜਦੋਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਜਿਹੜਾ ਕਿਹਾ ਵੀ ਭਾਰਤੀ ਲੋਕਾਂ ਨੂੰ ਇੱਕ ਸੁਨੇਹਾ ਸੀਗਾ ਵੀ ਵੀਰ ਬਾਲ ਦਿਵਸ, ਉਹਦੀ ਜਿਹੜੀ ਵਿਰੋਧਤਾ ਉਸ ਨਾਮ ਦੀ, ਜਥੇਦਾਰ ਹਰਪ੍ਰੀਤ ਸਿੰਘ ਉਸ ਵਕਤ ਪਟਨਾ ਸਾਹਿਬ ਸੀਗੇ, ਧਾਮੀ ਸ਼੍ਰੋਮਣੀ ਕਮੇਟੀ ਦੇ ਮੁਖੀ, ਉਹਨਾਂ ਨੇ ਵੀ ਕਿਹਾ ਵੀ ਉਹ ਠੀਕ ਹੈ, ਪ੍ਰਚਾਰ ਹੋਣਾ ਚਾਹੀਦਾ, ਪਰ ਇਹ ਨਾਮ ਜਿਹੜਾ ਇਹਨਾਂ 'ਤੇ ਵਿਚਾਰ ਕਰ ਲੈਣੀ ਚਾਹੀਦੀ। ਸਿੰਘ ਸਾਹਿਬ ਹਰਪ੍ਰੀਤ ਸਿੰਘ ਦਾ ਵੀ ਸ਼੍ਰੋਮਣੀ ਕਮੇਟੀ ਵੱਲੋਂ। ਦੇਖੋ, ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ ਕਿਸੇ ਵੀ ਧਰਮ ਦੇ ਨਾਲ ਕੋਈ ਸੰਬੰਧਿਤ ਦਿਨ ਵਾਰ ਰੱਖਣਾ ਹੋਵੇ ਤੇ ਸਰਕਾਰ ਨੂੰ ਉਸ ਧਰਮ ਦੀਆਂ ਸੰਸਥਾਵਾਂ ਜਾਂ ਧਰਮ ਦੇ ਆਗੂਆਂ ਨਾਲ ਡਿਸਕਸ ਜ਼ਰੂਰ ਕਰਨੀ ਚਾਹੀਦੀ ਹੈ ਇਸ ਬਾਰੇ। ਪਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਬੁਰੀ ਗੱਲ ਨਹੀਂ ਆ। ਵੀਰ ਬਾਲ ਦਿਵਸ ਮੈਂ ਪਹਿਲਾਂ ਕਹਿ ਚੁੱਕਾ, ਬਹਾਦਰ ਬੱਚਿਆਂ ਦਾ ਦਿਨ। ਗੁਰੂ ਸਾਹਿਬ ਦੇ ਉਹ ਬਹਾਦਰ ਬੱਚੇ, ਗੁਰੂ ਹਰਕ੍ਰਿਸ਼ਨ ਸਾਹਿਬ ਦੀ 8 ਸਾਲ ਉਮਰ, ਆਪਾਂ ਉਹਨਾਂ ਨੂੰ ਬਾਲਾ ਪ੍ਰੀਤਮ ਕਹਿੰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤਖਤ ਸ੍ਰੀ ਪਟਨਾ ਸਾਹਿਬ ਦੀਆਂ ਗਲੀਆਂ 'ਚ ਬੱਚਿਆਂ ਨਾਲ ਖੇਡਦੇ ਸੀ, ਬਾਲਾ ਪ੍ਰੀਤਮ ਕਹਿੰਦੇ। ਇਤਿਹਾਸ 'ਚ ਲਿਖਿਆ, ਗ੍ਰੰਥਾਂ 'ਚ ਲਿਖਿਆ ਹੋਇਆ ਬਾਲਾ ਪ੍ਰੀਤਮ। ਤਾਂ ਜੇ ਅਸੀਂ ਬਾਲ ਕਹਿ ਦਿੱਤਾ ਤਾਂ ਇਹਦੇ ਨਾਲ ਕੋਈ ਗੁਨਾਹ ਨਹੀਂ। ਉਹ ਸਾਡੇ ਬਾਬੇ ਨੇ, ਉਹ ਕੁਰਬਾਨੀ ਕਰਕੇ ਵੱਡੇ ਆ, ਕੁਰਬਾਨੀ ਕਰਕੇ ਬਾਬੇ ਆ। ਸਤਿਕਾਰ ਵਜੋਂ ਬਾਬੇ ਕਹਿੰਦੇ ਆ ਵੀ ਹੈ ਉਹ ਬੱਚੇ ਸੀ, ਪਰ ਉਹਨਾਂ ਦੀ ਕੁਰਬਾਨੀ ਬਾਬਿਆਂ ਵਾਲੀ, ਉਹਨਾਂ ਦੀ ਸੋਚ, ਉਹਨਾਂ ਦੀ ਦ੍ਰਿੜਤਾ ਜਿਹੜੀ ਉਹ ਬਾਬਿਆਂ ਵਾਲੀ ਆ। ਪਰ ਵੀਰ ਸ਼ਬਦ ਜਿਹੜਾ ਲੱਗ ਗਿਆ, ਵੀਰ ਦਾ ਅਰਥ ਹੈ ਬਹਾਦਰ, ਬਹਾਦਰ ਬੱਚਿਆਂ ਦਾ ਦਿਨ। ਤੋਂ 26 ਨਵੰਬਰ ਜਿਹੜਾ ਅਸੀਂ ਇਹਦੀ ਸ਼ਲਾਘਾ ਕੀਤੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ, ਕੌਮ ਨੂੰ ਹਮੇਸ਼ਾ ਸੰਘਰਸ਼ ਵਾਲੇ ਰਾਹ ਨਾ ਪਾਉਣ। ਜਿਹੜੀ ਕੋਈ ਚੰਗੀ ਗੱਲ ਹੁੰਦੀ ਉਹਦੀ ਸ਼ਲਾਘਾ ਕਰਨ। ਜੇਕਰ ਬਾਦਲ ਪਰਿਵਾਰ ਦਾ ਅੱਜ BJP ਨਾਲ ਅਲਾਇੰਸ ਹੁੰਦਾ ਜਾਂ ਮੋਦੀ ਸਾਹਿਬ ਨਾਲ, ਤੇ ਸਭ ਤੋਂ ਵੱਧ ਸੋਲੇ ਉਹਨਾਂ ਨੇ ਗਾਉਣੇ ਸੀਗੇ। ਅੱਜ ਉਹਨਾਂ ਦਾ ਅਲਾਇੰਸ ਨਹੀਂ ਆ, ਤਾਂ ਕਰਕੇ ਉਹਨਾਂ ਨੇ ਕੇਂਦਰ ਦੀ ਹਰ ਗੱਲ ਦਾ ਵਿਰੋਧ ਕਰਨਾ ਹੀ ਹੁੰਦਾ। ਪਰ ਵਾਸਤਾ ਰੱਬ ਦਾ ਮੈਂ ਬੇਨਤੀ ਕਰਨੀ ਚਾਹੁੰਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ ਵੀ, ਕਿ ਉਹ ਇਸ 'ਤੇ ਰਾਜਨੀਤੀ ਨਾ ਕਰਨ, ਬਾਦਲ ਪਰਿਵਾਰ ਦੇ ਹੱਥ ਠੋਕੇ ਨਾ ਬਣਨ। ਉਹਨਾਂ ਨੇ ਜੋ ਪਰੋਸ ਕੇ ਦੇ ਦਿੱਤਾ ਉਹਨੂੰ ਲੋਕਾਂ ਦੇ ਵਿੱਚ ਨਾ ਪ੍ਰਚਾਰਨ। ਜਿੱਥੋਂ ਸਾਨੂੰ ਤੋਪਾਂ ਤੇ ਟੈਂਕਾਂ ਦੇ ਗੋਲੇ ਆਉਂਦੇ ਸੀ, 84 'ਚ ਆਏ ਸਾਨੂੰ ਅਕਾਲ ਤਖਤ ਸਾਹਿਬ ਤੇ, ਉਸ ਕੇਂਦਰ ਤੋਂ ਜੇ ਸਾਨੂੰ ਕੋਈ ਸਨਮਾਨ ਦੀ ਗੱਲ ਆਉਂਦੀ ਕੌਮ ਨੂੰ, ਸਾਡੇ ਸਾਹਿਬਜ਼ਾਦੇ ਗੁਰੂ ਸਾਹਿਬਦਿਆਂ ਨੂੰ, ਤੇ ਸਾਨੂੰ ਸਵਾਗਤ ਕਰਨਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ, ਇਹਦੀ ਸ਼ਲਾਘਾ ਆ। ਕਰਤਾਰਪੁਰ ਦਾ ਲਾਂਘਾ ਖੋਲ੍ਹਿਆ, ਵੀਰ ਬਾਲ ਦਿਵਸ ਦਾ ਐਲਾਨ ਕੀਤਾ, 3 ਖੇਤੀ ਕਾਨੂੰਨ ਰੱਦ ਕੀਤੇ, ਬਲੈਕ ਲਿਸਟਾਂ ਖਤਮ ਕੀਤੀਆਂ। ਮੈਂ ਤਾਂ ਕਹਿੰਦਾ ਜਿਹੜੇ ਜਲਾਵਤਨੀ ਸਿੰਘ ਆ, ਹਜ਼ਾਰਾਂ ਸਿੰਘ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ, ਜਿਨ੍ਹਾਂ ਕੋਲੇ ਇੰਡੀਆ ਦਾ ਪਾਸਪੋਰਟ ਹੀ ਨਹੀਂ ਹੈਗਾ, ਉਹ ਜਲਾਵਤਨੀ ਸਿੰਘਾਂ ਦਾ ਮਸਲਾ ਵੀ ਹੱਲ ਕਰਨਾ ਚਾਹੀਦੀਆਂ। ਬਹੁਤ ਸਿੰਘਾਂ ਦੀਆਂ ਇੱਧਰ ਜ਼ਮੀਨਾਂ ਦੀ ਕੁਰਕੀ ਸ਼ੁਰੂ ਕਰ ਦਿੱਤੀ ਆ, ਉਹ ਕੁਰਕੀ ਵੀ ਬੰਦ ਕਰਨੀ ਚਾਹੀਦੀ ਆ। ਤੇ ਉਹਨਾਂ ਸਿੰਘਾਂ ਨੂੰ ਵੀ ਆਪਣੇ ਦੇਸ਼ ਆ ਕੇ ਦਰਬਾਰ ਸਾਹਿਬ ਮੱਥਾ ਟੇਕਣ ਦਾ, ਆਪਣੇ ਘਰ ਪਰਿਵਾਰਾਂ 'ਚ ਜਾਣ ਦਾ, ਆਪਣੇ ਪਿੰਡਾਂ ਦੀਆਂ ਗਲੀਆਂ 'ਚ ਜਾਣ ਦਾ ਹੱਕ ਜਿਹੜਾ ਮਿਲਣਾ ਚਾਹੀਦਾ। ਸਾਡੇ ਮਸਲੇ ਬਹੁਤ ਆ, ਹੱਲ ਕਿੰਨੇ ਕਰਨੇ ਆ? ਕੇਂਦਰ ਨੇ। ਤੇ ਕੇਂਦਰ ਦੇ ਵਿੱਚ ਜਿਹੜੇ ਸਾਡੇ ਉਸ ਪਾਰਟੀ 'ਚ ਲੀਡਰ ਜਾ ਰਹੇ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਸ ਪਾਰਟੀ ਤੋਂ ਹੱਲ ਕਰਾਉਣ, ਕੇਂਦਰ ਤੋਂ ਹੱਲ ਕਰਾਉਣ। ਤੇ ਜੇ ਕੇਂਦਰ ਸਾਡੇ ਮਸਲੇ ਹੱਲ ਕਰ ਰਿਹਾ ਤੇ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ। ਇਹ ਨਹੀਂ ਦੇਖਣਾ ਚਾਹੀਦਾ ਕਿ ਅੱਜ ਬਾਦਲਾਂ ਨਾਲ ਉਹਨਾਂ ਦਾ ਗੱਠਜੋੜ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਵਿਰੋਧ ਕਰੀਏ। ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਜਥੇਦਾਰ ਅਕਾਲ ਤਖਤ, ਉਹਨਾਂ ਨੂੰ ਇਹ ਨਹੀਂ ਚਾਹੀਦਾ, ਉਹਨਾਂ ਨੂੰ ਚੰਗੀ ਗੱਲ ਦਾ ਸਵਾਗਤ ਕਰਨਾ ਚਾਹੀਦਾ, ਕਿਉਂਕਿ ਸਾਰੀ ਕੌਮ, ਸਾਰੀ ਦੁਨੀਆ ਸਵਾਗਤ ਕਰ ਰਹੀ ਹੈ ਕਿ ਦਿੱਲੀ ਦੇ ਵੱਲੋਂ ਸਾਹਿਬਜ਼ਾਦਿਆਂ ਦੇ ਸਨਮਾਨ ਦੇ ਵਿੱਚ ਵੀਰ ਬਾਲ ਦਿਵਸ ਦਾ ਐਲਾਨ 26 ਦਸੰਬਰ ਦਾ ਕੀਤਾ ਗਿਆ। ਇਹਦੀ ਸ਼ਲਾਘਾ ਜਿਹੜੀ ਆ ਉਹ ਸਾਨੂੰ ਕਰਨੀ ਚਾਹੀਦੀ ਹੈ।
ਤਾਂ ਦਾਦੂਵਾਲ ਸਾਹਿਬ ਅੱਜ ਅਸੀਂ ਮਾਲਵੇ ਦੀ ਧਰਤੀ ਤੇ ਖਲੋਤੇ ਆ। ਉਹ ਜਗ੍ਹਾ ਇਸੇ ਗੇਟ ਦੇ ਕੋਲੇ 2 ਸਿੱਖਾਂ ਦੀ ਸ਼ਹੀਦੀ ਹੋਈ ਅਕਾਲੀ ਭਾਜਪਾ ਸਰਕਾਰ ਸਮੇਂ ਗੋਲੀ ਚੱਲੀ। ਤਾਂ ਡੇਰਾ ਵੋਟ ਬੈਂਕ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ? 2017 ਦੇ ਵਿੱਚ ਜਾਂ 15 ਚ ਜੋ ਵੀ ਹੋਇਆ, ਉਸ ਤੋਂ ਪਹਿਲਾਂ 2007 ਚ ਸਲਾਬਤਪੁਰਾ ਡੇਰਾ ਮੁਖੀ ਨੇ ਗੁਰੂ ਮਹਾਰਾਜ ਦਾ ਜਿਹੜਾ ਸਵਾਗਤ ਚਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਡੇਰਾ ਵੋਟ ਬੈਂਕ ਬੜਾ ਵੱਡਾ ਹਊਆ ਬਣਦਾ ਰਿਹਾ। ਉਹਦੀ ਵਜ੍ਹਾ ਕਰਕੇ ਅਕਾਲੀ ਦਲ ਬਾਦਲ ਜਿਹੜਾ ਹੈਗਾ ਬੜੀ ਵੱਡੀ ਜਿਹੜਾ ਕਿ ਮੁਸੀਬਤ 'ਚ ਫਸਿਆ ਰਿਹਾ। ਅੱਜ ਵੀ ਲੋਕ ਸਵਾਲ ਕਰਦੇ ਆ ਉਹਨਾਂ ਦੀਆਂ ਫਿਲਮਾਂ ਚਲਾਉਣ ਵਾਸਤੇ ਥੱਲੇ ਜਿਹੜਾ ਉਦੋਂ ਸਿਕਿਉਰਿਟੀ ਦਿੱਤੀ ਜਾਂਦੀ ਰਹੀ ਹੈ। ਹੁਣ ਤੁਹਾਨੂੰ ਕੀ ਜਾਪਦਾ ਵੀ ਡੇਰਾ ਵੋਟ ਬੈਂਕ ਪੰਜਾਬ ਦੀ ਰਾਜਨੀਤੀ ਨੂੰ 2022 ਨੂੰ ਪ੍ਰਭਾਵਿਤ ਕਰੇਗਾ ਜਾਂ ਉਹਦਾ ਕੋਈ ਹੁਣ ਪ੍ਰਭਾਵ ਨਹੀਂ ਰਿਹਾ? ਦੇਖੋ, ਇਹ ਤਾਂ ਐਵੇਂ ਭੁਲੇਖਾ ਉਜੜੀਆਂ ਖੱਡਾਂ 'ਚ ਹੱਥ ਪਾਉਂਦੇ ਆ ਲੀਡਰ ਜਿਹੜੇ ਜਾਂ ਪਾਰਟੀਆਂ। ਡੇਰੇ ਨੇ ਤਾਂ ਕਦੇ ਵੀ ਕੋਈ ਸਰਕਾਰ ਨਹੀਂ ਬਣਾਈ। ਡੇਰਾ ਸਰਸਾ ਦੀਆਂ ਕਿਹੜੀਆਂ ਵੋਟਾਂ? ਜਿਹਦੇ ਵੱਲ ਡੇਰੇ ਸਰਸੇ ਨੇ ਐਲਾਨ ਕੀਤਾ ਉਹਦਾ ਸੂਪੜਾ ਸਾਫ਼ ਹੋਇਆ। ਉਹਨਾਂ ਦਿੱਲੀ 'ਚ ਕਿਹਾ ਸਾਡੀਆਂ 20 ਲੱਖ ਵੋਟਾਂ ਨੇ, ਬੀਜੇਪੀ ਦੀ ਹਮਾਇਤ ਕੀਤੀ, ਉੱਥੇ ਕੇਜਰੀਵਾਲ ਦੀ ਸਰਕਾਰ ਆ ਗਈ। ਉਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਵੀ ਮਹਾਰਾਣੀ ਸਾਹਿਬ ਤੇ ਰਾਣਿੰਦਰ ਜਾਏ ਆ, ਤੇ ਹੁਣ ਤੇ ਬਾਬੇ ਨੇ ਪਿਤਾ ਜੀ ਨੇ ਕਹਿ ਦਿੱਤਾ ਤੇ ਵੋਟਾਂ ਸਾਡੀ ਸਰਕਾਰ ਪੱਕੀ ਆ, ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਸੂਪੜਾ ਸਾਫ਼ ਹੋ ਗਿਆ ਤੇ ਅਕਾਲੀ ਦਲ ਰਿਪੀਟ ਕਰ ਗਿਆ ਸੀਗਾ। ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਡੇਰੇ ਜਾ ਕੇ ਫਿਰ ਵੋਟਾਂ ਮੰਗੀਆਂ ਤੇ ਅਕਾਲੀ ਦਲ ਸਾਫ਼ ਹੋ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਬਣ ਗਈ। ਡੇਰੇ ਦੀਆਂ ਕੋਈ ਵੋਟਾਂ ਨਹੀਂ ਹੈ। ਜਿੱਧਰ ਡੇਰਾ ਵੋਟਾਂ ਪਾਉਣ ਦਾ ਐਲਾਨ ਕਰੂ, ਸਾਡੀ ਸਾਰੀ ਸਿੱਖ ਕੌਮ, ਇਨਸਾਫ ਪਸੰਦ ਲੋਕ, ਚਾਹੇ ਹਿੰਦੂ, ਮੁਸਲਮਾਨ, ਬੋਧੀ, ਜੈਨੀ, ਈਸਾਈ, ਉਹ ਉਹਦੇ ਖਿਲਾਫ ਭੁਗਤਣਗੇ। ਇਸ ਕਰਕੇ ਮੈਂ ਸਲਾਹ ਦੇਣੀ ਚਾਹੁੰਦਾ ਸਿਆਸੀ ਪਾਰਟੀਆਂ ਨੂੰ ਤੇ ਲੀਡਰਾਂ ਨੂੰ ਕਿ ਉਹ ਇਸ ਅੱਤਵਾਦ ਦੇ ਅੱਡੇ, ਜਿੱਥੋਂ ਅੱਤਵਾਦੀ ਕਾਰਵਾਈਆਂ ਹੋਈਆਂ, ਬੇਅਦਬੀ ਦੀਆਂ ਸਾਜ਼ਿਸ਼ਾਂ ਬਣੀਆਂ, ਬੰਦੇ ਮਾਰਨ ਦੀਆਂ ਸਾਜ਼ਿਸ਼ਾਂ, ਜਿੱਥੇ ਕਤਲ ਤੇ ਕੁਕਰਮ ਹੋਏ ਜਿਹਦੀ ਉਹ ਸਜ਼ਾ ਭੁਗਤ ਰਿਹਾ ਰਾਮ ਰਹੀਮ, ਇਹੋ ਜਿਹੇ ਡੇਰੇ 'ਚ ਬਿਲਕੁਲ ਵੋਟਾਂ ਮੰਗਣ ਨਾ ਜਾਣ। ਜਿਹੜਾ ਵੀ ਜਾਊਗਾ ਉਹਦੀਆਂ ਸੰਦੂਖੜੀਆਂ ਸਾਫ਼ ਹੋਣਗੀਆਂ, ਪਹਿਲਾਂ ਵੀ ਹੋਈਆਂ ਤੇ ਹੁਣ ਵੀ ਹੋਣਗੀਆਂ। ਡੇਰਾ ਕਦੇ ਕਿਸੇ ਦੀ ਸਰਕਾਰ ਨਹੀਂ ਬਣਾ ਸਕਿਆ। ਇਹ ਭੁਲੇਖਾ ਸਿਆਸੀ ਪਾਰਟੀਆਂ ਨੂੰ ਤੇ ਸਿਆਸੀ ਲੀਡਰਾਂ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਦਾਦੂਵਾਲ ਸਾਹਿਬ। ਇਹ ਸਨ ਭਾਈ ਬਲਜੀਤ ਸਿੰਘ ਜੀ ਦਾਦੂਵਾਲ। ਕਿਉਂਕਿ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਬਿਲਕੁਲ ਸਿਰ ਤੇ ਆ। ਤਾਂ ਇਹ ਏਰੀਆ ਜਿਹੜਾ ਅਸੀਂ ਜਿੱਥੇ ਅੱਜ ਖਲੋਤੇ ਹੈਗੇ ਆ, ਬਾਈਬਲ ਕਲਾ ਗੋਲੀकांड ਜਿੱਥੇ ਹੋਇਆ, 2 ਸਿੱਖਾਂ ਦੀ ਸ਼ਹੀਦੀ ਜਿਹੜੀ ਹੈਗੀ ਆ 2015 ਦੇ ਵਿੱਚ ਹੁੰਦੀ ਆ, ਅਕਤੂਬਰ 14 ਦੇ ਵਿੱਚ, ਉਹ ਜਿਹੜਾ ਕਾਫੀ ਜਿਹੜਾ ਹੈਗਾ ਪ੍ਰਭਾਵਸ਼ਾਲੀ ਇਹ ਇਸ਼ੂ ਹੈਗਾ, ਇਹ ਟੌਪਿਕ ਬਹੁਤ ਪ੍ਰਭਾਵਸ਼ਾਲੀ ਮੁੱਦਾ ਹੈਗਾ। ਤਾਂ ਪੰਜਾਬ ਦੇ ਵਿੱਚ ਡੇਰਾ ਵੋਟ ਬੈਂਕ ਕਿੰਨਾ ਕੁ ਜਿਹੜਾ ਹੈਗਾ ਅੱਜ ਉਹ ਆਪਣਾ ਪ੍ਰਭਾਵ ਰੱਖਦਾ, ਖਾਸ ਕਰ ਮਾਲਵਾ ਏਰੀਆ, ਕਿਉਂਕਿ ਅਕਾਲੀ ਦਲ ਬਾਦਲ ਜਿਹੜਾ ਹੈਗਾ 2007 ਤੋਂ ਲੈ ਕੇ ਉਸ ਤੋਂ ਬਾਅਦ ਲਗਾਤਾਰ ਡੇਰੇ ਦੇ ਨਾਲ ਜਿਹੜਾ ਕਿ ਹੈਗਾ ਉਹ ਵਰਤਦਾ ਰਿਹਾ, ਆਪਣੇ ਸੰਬੰਧ ਇਹਨਾਂ ਦੇ ਚੰਗੇ ਰਹੇ ਹੈਗੇ ਆ। ਕਾਂਗਰਸ ਵੀ ਜਾਂਦੀ ਰਹੀ ਆ। ਔਰ ਜੇ ਹੁਣ ਅਸੀਂ 2022 ਦੀ ਗੱਲ ਕਰ ਲਈਏ, ਭਾਜਪਾ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਵੱਡੇ ਲੀਡਰ ਡੇਰਿਆਂ ਦੇ ਵਿੱਚ ਜਿਹੜਾ ਕਿ ਰਾਮ ਰਹੀਮ ਦੇ ਡੇਰੇ ਹੈਗੇ ਉਹਨਾਂ ਦੇ ਵਿੱਚ ਗਏ। ਤਾਂ ਪੰਜਾਬ ਦੀ 2022 ਦੀ ਰਣਨੀਤੀ ਜਿਹੜੀ ਹੈਗੀ ਆ, ਪੰਜਾਬ ਦੀ 2022 ਦੀਆਂ ਚੋਣਾਂ ਦਾ ਮਾਹੌਲ ਆ, ਉਹਦੇ ਵਿੱਚ ਡੇਰਾ ਸਰਸਾ ਖਾਸ ਕਰਕੇ ਕੀ ਪ੍ਰਭਾਵ ਛੱਡਦਾ ਹੈਗਾ? ਔਰ ਜਿਹੜੇ ਉਹਨਾਂ ਦੇ ਡੇਰਿਆਂ ਦੇ ਵਿੱਚ ਇਕੱਠ ਕੀਤੇ ਜਾ ਰਹੇ ਆ, ਸ਼ਕਤੀ ਪ੍ਰਦਰਸ਼ਨ ਕੀਤੇ ਜਾਂਦੇ ਆ, ਉਹਨਾਂ ਦਾ ਜਿਹੜਾ ਕੀ ਮਾਇਨੇ ਆ? ਇਸ ਵਾਰ ਅਕਾਲੀ ਦਲ ਬਾਦਲ ਦਾ ਕੋਈ ਵੀ ਆਗੂ ਹੁਣ ਤੱਕ ਦੀ ਜਿਹੜੀ ਖਬਰ ਹੈ ਵੀ ਉਹ ਨਹੀਂ ਜਿਹੜਾ ਗਿਆ ਇਹਨਾਂ ਡੇਰਿਆਂ ਦੇ ਵਿੱਚ, ਕਿਉਂਕਿ ਸਿੱਖ ਸੰਗਤ ਵੱਲੋਂ ਵਿਰੋਧਤਾ ਜਿਹੜੀ ਆ ਵੱਡੇ ਪੱਧਰ ਤੇ ਕੀਤੀ ਜਾਂਦੀ ਰਹੀ ਆ। ਪਰ ਭਾਜਪਾ ਦੇ ਕੁਝ ਲੀਡਰ ਜਿਹੜੇ ਹੈਗੇ ਆ ਉੱਥੇ ਜਾ ਰਹੇ ਆ, ਵੋਟ ਬੈਂਕ ਲਈ ਜਾ ਰਹੇ ਆ। ਤਾਂ ਡੇਰਾ ਵੋਟ ਬੈਂਕ ਪੰਜਾਬ ਦੀਆਂ ਵੋਟਾਂ ਨੂੰ ਕਿੰਨਾ ਪ੍ਰਭਾਵਿਤ ਕਰੇਗਾ? ਭਾਜਪਾ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ? ਵੋਟ ਬੈਂਕ ਜਿਹੜਾ ਡੇਰੇ ਦੀਆਂ ਵੋਟਾਂ ਜਿਹੜੀਆਂ ਜੁੜੀਆਂ ਹੋਈਆਂ ਉਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਥੋਂ ਪਿੱਛੇ ਤੁਸੀਂ ਕੈਮਰਾ ਘੁਮਾ ਕੇ ਦਿਖਾ ਦਿਓ, ਬਾਈਬਲ ਕਲਾਂ ਦੇ ਵਿੱਚ ਜਿੱਥੇ ਅੱਜ ਮੋਰਚਾ ਲੱਗਿਆ ਹੋਇਆ, ਇਨਸਾਫ ਮੋਰਚਾ ਬਾਈਬਲ ਕਲਾਂ ਦੇ ਵਿੱਚ ਜਿਹੜੇ 2 ਸਿੱਖ ਸ਼ਹੀਦ ਕੀਤੇ ਗਏ ਸੀਗੇ, ਉਹਨਾਂ ਦੀ ਜਿਹੜਾ ਕਿ ਇਨਸਾਫ ਦੇ ਲਈ ਮੋਰਚਾ ਲੱਗਿਆ ਹੋਇਆ, ਨਿਸ਼ਾਨ ਸਾਹਿਬ ਝੂਲ ਰਹੇ ਨੇ, ਟੈਂਟ ਲੱਗੇ ਹੋਏ ਆ। ਜਿਹੜਾ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਸਪੁੱਤਰ ਔਰ ਸ਼ਹੀਦ ਜਿਹੜਾ ਹੈਗਾ ਉਹ ਭਾਈ ਗੁਰਜੀਤ ਸਿੰਘ ਨਿਆਮੀ ਵਾਲਾ, ਗੁਰਜੀਤ ਸਿੰਘ ਦੇ ਪਿਤਾ ਜੀ ਸੂਬਾ ਸਿੰਘ ਜੀ ਇੱਥੇ ਬੈਠੇ ਹੋਏ ਆ। ਇਹ ਜਿਹੜਾ ਮੋਰਚਾ ਉਹ ਬਾਈਬਲ ਕਲਾਂ ਦੇ ਵਿੱਚ ਚੱਲ ਰਿਹਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਕੀ ਜਿਹੜੇ ਇਸ ਇਲਾਕੇ ਦੇ ਕੈਂਡੀਡੇਟ ਹੈਗੇ ਆ ਉਹ ਇੱਥੇ ਆ ਕੇ ਆਪਣੀ ਜਿਹੜੀ ਹੈ ਉਹ ਹਮਦਰਦੀ ਲੈਣਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ? ਤਾਂ ਜਿਹੜਾ ਜਿੱਥੋਂ ਫੈਸਲਾ ਕੀਤਾ ਗਿਆ ਕਿ ਜਿੱਥੇ ਵੀ ਕੈਂਡੀਡੇਟ ਆਉਂਦੇ ਆ 117 ਦੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਸਵਾਲ ਕਰੋ, ਸਵਾਲ ਇਹ ਕਰੋ ਵੀ ਤੁਸੀਂ ਬੇਅਦਬੀ ਮਸਲੇ ਤੇ ਕੀ ਕੀਤਾ, ਜੇ ਤੁਸੀਂ ਸੱਤਾ ਚਾਹੋਗੇ ਤਾਂ ਤੁਸੀਂ ਕੀ ਕਰੋਗੇ। ਇਸ ਤਰ੍ਹਾਂ ਦੇ ਸਵਾਲ ਜਿਹੜਾ ਕਰਨ ਦਾ ਜਿੱਥੇ ਐਲਾਨ ਕੀਤਾ ਗਿਆ। ਦੇਖਦੇ ਰਹੋ KTV UK ਬਾਈਬਲ ਕਲਾਂ।